श्री वाहिगुरु साहिब जी। डंडौत बंदन अनक बार, सर्व कला समरथ। डोलन ते राखो प्रभु, नानक दे कर हथ। सुखटल गुर सेविय, ऐनस सहज सुभाय। दर्शन परसे गुरु कह, जन्म मरण दुख जाय। जेता जियो पिंड सब तेरा, तू अंतर जामे पुरख भगवान। दासन दास कहे जन नानक, जिया तू कराहे त्या हों करी वख्यान। दासन दास कहे जन नानक, जिया तू कराहे त्या हों करी वख्यान। वाहिगुरु साहिब जियो। श्लोक महला पहला। जेकर सूतक मनिए, सब तै सूतक होए। गोहे अतै लकड़ी, अंदर कीड़ा होए। जेकर सूतक मनिए, सब तै सूतक होए। गोहे अतै लकड़ी, अंदर कीड़ा होए। जेते दाने अन्न के, जियां बाज न कोए। पहला पानी जीव है, जित हरया सब कोए। सूतक क्यों कर रखिए, सूतक पवै रसोए। नानक सूतक एव न उतरै, ज्ञान उतारे दोए। महला पहला। मन का सूतक लोभ है, जेवा सूतक कूड़। अखी सूतक वेखना, परत्रै परधन रूप। कन्नी सूतक कन पै, लाए तो बारी खाए। नानक हंसा आदमी, बद्धे जमपुर जाए। महला पहला। सबो सूतक भरम है, दूजे लगे जाए। जमन मरना हुक्म है, पाणे आवे जाए। खाना पीना पवित्र है, दितो निर्जक समाए। नानक जिनी गुरमुख बूझया, तिना सूतक नाए। पौड़ी। सतगुर वड्डा कर सालाही है, जिस विच वड्डियां वड्डियाइयां। सह मेले तनदरी आइयां, जातिस भाणा ता मन वसाइयां। कर हुक्म मस्तक हथ धर, विचों मार कड्डियां बुराइयां। सह तुठै नौ निध पाइयां, सह तुठै नौ निध पाइयां। वाहिगुरु जी का खालसा, वाहिगुरु जी की फतेह। जोग अटल धन धन सतगुरु श्री गुरु ग्रंथ साहिब महाराज जी की पावन हजूरी विच सुभायमान गुरु की साध संगत। सतगुरां दा कोटान कोट शुकराना है, जिन्हां ने बख्शिश करके अपने चरणों में बैठन का ये अवसर सानू दिता है। सत्संग दियां ये घड़ियां साडे जीवन के लेखे विच लगणगियां। आओ सारे ही मनोबिरतियां नूं एकागर करके गुरचरनां नाल चित नूं जोड़िए। एक बारी प्रेम नाल सारे आखो, सतनाम श्री वाहिगुरु। श्री आसा जी की वार दी लड़ीवार विचार आप श्रवण कर रहे हो। पिछले हफ्ते तक 17 पौड़ियां तक दी विचार संपूर्ण हो चुकी है।
ਅੱਜ ਆਪਣੇ 18ਵੀਂ ਪੌੜੀ ਅਤੇ ਉਸ ਤੋਂ ਪਹਿਲਾਂ ਦੇ ਜਿਹੜੇ 3 ਸ਼ਲੋਕ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੇ ਨੇ, ਉਹਨਾਂ ਦਾ ਪਾਠ ਆਪਨੇ ਸਰਵਣ ਕੀਤਾ ਹੈ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਬਖਸ਼ਿਸ਼ ਕਰਕੇ ਸਾਨੂੰ ਜੋ ਗਿਆਨ ਦੇ ਰਹੇ ਨੇ, ਉਹ ਗਿਆਨ ਇੱਕ ਵਿਲੱਖਣ ਗਿਆਨ ਹੈ। ਉਹ ਗਿਆਨ ਸਾਨੂੰ ਭਰਮਾਂ ਤੋਂ ਭੁਲੇਖਿਆਂ ਤੋਂ ਕੱਢ ਕੇ ਉਸ ਅਕਾਲ ਪੁਰਖ ਨਾਲ ਜੋੜਨ ਦਾ ਗਿਆਨ ਹੈ। ਜੋ ਭੁਲੇਖੇ ਲੋਕਾਂ ਨੇ ਬੜੇ ਪੁਰਾਣੇ ਸਮੇਂ ਤੋਂ ਇਸ ਸਮਾਜ ਨੂੰ ਪਾਏ ਹੋਏ ਸਨ, ਜਦੋਂ ਸਤਿਗੁਰਾਂ ਨੇ ਦੇਖਿਆ ਕਿ ਮਨੁੱਖਤਾ ਜਿਹੜੀ ਹੈ ਐਸੇ ਕਰਮ ਕਾਂਡਾਂ ਦੇ ਵਿੱਚ, ਵਹਿਮਾਂ ਦੇ ਵਿੱਚ, ਭਰਮਾਂ ਦੇ ਵਿੱਚ ਫਸ ਕੇ ਆਪਣਾ ਜੀਵਨ ਅਜਾਈਂ ਗਵਾ ਰਹੀ ਹੈ, ਇਸ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਸਤਿਗੁਰਾਂ ਨੇ ਤੁਰਕੀ ਬਾਣੀ ਜਿਹੜੀ ਹੈ ਇਹ ਉਚਾਰਨ ਕੀਤੀ ਅਤੇ ਇਹ ਅਗੰਮੀ ਗਿਆਨ ਸਤਿਗੁਰਾਂ ਨੇ ਸਾਨੂੰ ਦਿੱਤਾ। ਹੁਣ ਤੱਕ ਪਿਛਲੀਆਂ ਪੌੜੀਆਂ ਤੇ ਸ਼ਲੋਕਾਂ ਦੇ ਵਿੱਚ ਜੋ ਆਪਾਂ ਵਿਚਾਰ ਆਏ ਹਾਂ, ਬੜੇ ਭੁਲੇਖੇ ਸਤਿਗੁਰਾਂ ਨੇ ਸਾਡੇ ਦੂਰ ਕੀਤੇ ਨੇ। ਜਿਵੇਂ ਜੰਝੂ ਦੇ ਬਾਰੇ, ਜਨੇਊ ਦੇ ਬਾਰੇ ਸਤਿਗੁਰਾਂ ਨੇ ਕਿਹਾ, ਉਪਦੇਸ਼ ਦਿੱਤਾ ਕਿ ਧਾਗੇ ਦਾ ਜਿਹੜਾ ਜਨੇਊ ਹੈ ਉਹਨੇ ਤੇ ਸੜ ਜਾਣਾ ਹੈ, ਗਲ ਜਾਣਾ ਹੈ। ਅਸਲ ਜਨੇਊ ਕਿਹੜਾ ਹੈ? ਦਇਆ, ਕਪਾ, ਸੰਤੋਖ, ਸੂਤ, ਜਤ, ਗੰਢੀ, ਸਤਵਟ, ਇਹਨਾਂ ਗੁਣਾਂ ਦਾ ਜਨੇਊ ਹੋਣਾ ਚਾਹੀਦਾ ਹੈ। ਇਸੇ ਤਰੀਕੇ ਦੇ ਨਾਲ ਸਤਿਗੁਰਾਂ ਨੇ ਪਿਛਲੀ ਪੌੜੀ ਤੋਂ ਪਹਿਲਾਂ ਜਿਹੜੇ ਸ਼ਲੋਕ ਸਨ ਉਹਨਾਂ ਵਿੱਚ ਉਪਦੇਸ਼ ਦਿੱਤਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਇਹ ਭਰਮ ਹੈ, ਵਹਿਮ ਹੈ ਕਿ ਬੰਦੇ ਦੇ ਮਰਨ ਤੋਂ ਬਾਅਦ ਜੇ ਅਸੀਂ ਉਸ ਦੇ ਸ਼ਰਾਧ ਕਰੀਏ, ਉਸ ਦੇ ਪ੍ਰਤੀ ਅਸੀਂ ਦਾਨ ਪੁੰਨ ਕਰੀਏ, ਜੋ ਪੁਰਾਣੀਆਂ ਰਵਾਇਤਾਂ ਨੇ ਉਹਨਾਂ ਨੂੰ ਮੰਨੀਏ, ਉਹਨਾਂ ਦਾ ਲਾਭ ਸ਼ਾਇਦ ਮ੍ਰਿਤਕ ਨੂੰ ਪ੍ਰਾਪਤ ਹੁੰਦਾ ਹੈ। ਇਸ ਗੱਲ ਦਾ ਖੁਲਾਸਾ ਵੀ ਮਹਾਰਾਜ ਨੇ ਕੀਤਾ ਹੈ ਕਿ ਜਿਹੜਾ ਚਲਾ ਗਿਆ ਉਸ ਨੂੰ ਅੱਗੇ ਜੋ ਮਿਲਣਾ ਹੈ ਆਪਣਾ ਖਟਿਆ ਖਾਲਿਆ ਹੀ ਮਿਲਣਾ ਹੈ। ਨਾਨਕ ਅੱਗੇ ਸੋ ਮਿਲਿਆ ਜੇ ਖੱਟੇ ਖਾਲੇ ਦੇ। ਇਹ ਭੁਲੇਖਾ ਸਤਿਗੁਰਾਂ ਨੇ ਸਾਡਾ ਦੂਰ ਕੀਤਾ ਅਤੇ ਸਤਿਗੁਰਾਂ ਨੇ ਉਹਨਾਂ ਨੂੰ ਵੀ ਉਪਦੇਸ਼ ਕੀਤਾ ਜਿਹੜੇ ਕਿ ਧਨ ਦੇ ਮਦ ਵਿੱਚ, ਸ਼ਕਤੀ ਦੇ ਮਦ ਵਿੱਚ, ਮਾਇਆ ਵਿੱਚ ਘਿਰੇ ਹੋਏ ਅਕਾਲ ਪੁਰਖ ਨੂੰ ਭੁੱਲੇ ਬੈਠੇ ਨੇ ਅਤੇ ਜਿਨ੍ਹਾਂ ਨੂੰ ਇਸ ਸੰਸਾਰ ਦੇ ਵਿੱਚ ਜੋ ਦਾਤਾਂ ਦੇ ਰਿਹਾ ਹੈ ਉਸ ਦਾ ਕੁਝ ਗਿਆਨ ਹੀ ਨਹੀਂ। 17ਵੀਂ ਪੌੜੀ ਵਿੱਚ ਮਹਾਰਾਜ ਨੇ ਇਹ ਵੀ ਉਪਦੇਸ਼ ਸਾਨੂੰ ਦਿੱਤਾ। ਅੱਜ ਜਿਹੜੇ ਸ਼ਲੋਕ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ, ਇਹਨਾਂ ਵਿੱਚ ਮਹਾਰਾਜ ਨੇ ਇੱਕ ਹੋਰ ਭਰਮ ਭੁਲੇਖਾ ਜਿਹੜਾ ਸਮਾਜ ਵਿੱਚ ਲੋਕਾਂ ਨੇ ਪਾਇਆ ਹੋਇਆ ਸੀ ਉਸ ਦਾ ਜ਼ਿਕਰ ਕੀਤਾ ਹੈ। ਇਸ ਨੂੰ ਮਹਾਰਾਜ ਨੇ ਆਖਿਆ ਹੈ ਸੂਤਕ। ਵੈਸੇ ਤੇ ਸੂਤਕ ਤੇ ਪਾਤਕ ਦੋ ਸ਼ਬਦ ਨੇ, ਪਰ ਆਮ ਬੋਲ ਚਾਲ ਵੀ ਦੋਵਾਂ ਨੂੰ ਸੂਤਕ ਹੀ ਆਖਿਆ ਜਾਂਦਾ ਹੈ। ਸੂਤਕ ਦਾ ਅਰਥ ਹੈ ਕਿ ਜਿਸ ਵੇਲੇ ਕਿਸੇ ਬੱਚੇ ਦਾ ਜਨਮ ਹੁੰਦਾ ਹੈ ਕਿਸੇ ਘਰ ਦੇ ਵਿੱਚ, ਤੇ ਉਹਨਾਂ ਦਾ ਇਹ ਮੰਨਣਾ ਹੈ ਕਿ ਉਹ ਘਰ ਜਿਹੜਾ ਹੈ ਅਪਵਿੱਤਰ ਹੋ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਜੇ ਕਿਸੇ ਮਨੁੱਖ ਦਾ ਕਿਸੇ ਘਰ ਦੇ ਵਿੱਚ ਅਕਾਲ ਚਲਾਣਾ ਹੋ ਜਾਂਦਾ ਹੈ, ਮ੍ਰਿਤੂ ਹੋ ਜਾਂਦੀ ਹੈ, ਉਹ ਘਰ ਵੀ ਅਪਵਿੱਤਰ ਹੋ ਜਾਂਦਾ ਹੈ ਅਤੇ ਕਾਫੀ ਲੰਬੇ ਸਮੇਂ ਤੱਕ ਫਿਰ ਉਸ ਘਰ ਦਾ ਖਾਣਾ ਪੀਣਾ ਸਭ ਬੰਦ ਰਹਿੰਦਾ ਹੈ। ਛੂਆ-ਛੂਤ ਦਾ ਬੜਾ ਵੱਡਾ ਪਸਾਰਾ ਰਹਿੰਦਾ ਹੈ। ਪਰ ਕਮਾਲ ਦੀਆਂ ਗੱਲਾਂ ਨੇ, ਜਦੋਂ ਆਪਾਂ ਇਹਨਾਂ ਵਹਿਮਾਂ ਦਾ, ਭਰਮਾਂ ਦਾ ਇਤਿਹਾਸ ਵੇਖਦੇ ਹਾਂ ਤੇ ਇੰਜ ਜਾਪਦਾ ਹੈ ਕਿ ਜਿਹੜੀ ਵਰਣ ਵੰਡ ਹੋਈ ਹੈ, ਬ੍ਰਾਹਮਣ, ਖੱਤਰੀ, ਸੂਦ, ਵੈਸ਼, ਉਸ ਦੇ ਵਿੱਚ ਜਿਹੜਾ ਸਭ ਤੋਂ ਉੱਤੇ ਦਾ ਤਬਕਾ ਹੈ, ਬ੍ਰਾਹਮਣ ਤਬਕਾ ਹੈ, ਉਸਨੇ ਆਪਣੇ ਲਾਭ ਦੇ ਵਾਸਤੇ ਕੁਝ ਇਹੋ ਜਿਹੇ ਕਰਮ ਕਾਂਡ, ਵਹਿਮ ਬਣਾ ਦਿੱਤੇ ਜਿਸ ਨੇ ਕਿ ਹਿੰਦੁਸਤਾਨ ਦੀ ਜਨਤਾ ਨੂੰ, ਮਨੁੱਖਤਾ ਨੂੰ
ਸਨਾਤਨ ਧਰਮ ਦੇ ਮੰਨਣ ਵਾਲਿਆਂ ਨੂੰ ਇਹਨਾਂ ਭਰਮਾਂ ਵਿੱਚ ਪਾ ਦਿੱਤਾ। ਅਖੀਰ ਦੇ ਵਿੱਚ ਲਾਭ ਉਹਨਾਂ ਨੂੰ ਹੀ ਮਿਲਦਾ ਸੀ, ਕਿਉਂਕਿ ਦਾਨ ਪੁੰਨ ਜੋ ਹੁੰਦੇ ਸਨ, ਜੋ ਪਾਠ ਪੂਜਾ ਹੁੰਦੀ ਸੀ, ਪੂਜਾ ਜੋ ਵੀ ਉਹਨਾਂ ਨੂੰ ਧਨ ਮਿਲਦਾ ਸੀਗਾ ਉਹਨਾਂ ਨੂੰ ਹੀ ਮਿਲਦਾ ਸੀਗਾ। ਪਰ ਆਪਣੇ ਆਪ ਨੂੰ ਉੱਚਾ ਦਰਸਾਉਣ ਵਾਸਤੇ ਉਹਨਾਂ ਨੇ ਉਸ ਦੇ ਵਿੱਚ ਵੀ ਭੇਦਭਾਵ ਕੀਤੇ। ਜਿਵੇਂ ਜਨੇਊ ਦੀ ਕਥਾ ਵਿੱਚ ਆਪਾਂ ਸਰਵਣ ਕਰ ਆਏ ਹਾਂ, ਵਰਣ ਵੰਡ ਅਨੁਸਾਰ ਜਨੇਊ ਵੀ ਉਹਨਾਂ ਨੇ 3 ਤਰੀਕੇ ਦੇ ਕਹਿ ਦਿੱਤੇ। ਬ੍ਰਾਹਮਣ ਦਾ ਜਨੇਊ ਸੂਤ ਦਾ ਹੋਏਗਾ, ਖੱਤਰੀ ਦਾ ਜਨੇਊ ਉੱਨ ਦਾ ਹੋਏਗਾ, ਜਿਹੜਾ ਵੈਸ਼ ਹੈ ਉਸ ਦਾ ਜਨੇਊ ਜਿਹੜਾ ਹੈ ਸੰਨ ਦਾ ਹੋਏਗਾ, ਅਤੇ ਸੂਤਰ ਨੂੰ ਤੇ ਜਨੇਊ ਸ਼ੂਦਰ ਜਿਹੜਾ ਹੈ ਉਸ ਨੂੰ ਤੇ ਜਨੇਊ ਪਾਉਣ ਦਾ ਅਧਿਕਾਰ ਹੀ ਨਹੀਂ ਦਿੱਤਾ। ਇਸੇ ਤਰੀਕੇ ਦੇ ਨਾਲ ਇਹ ਜਿਹੜਾ ਸੂਤਕ ਹੈ ਇਸ ਦੇ ਵੀ ਉਹਨਾਂ ਨੇ ਦਿਨ ਮੁਕਰਰ ਕਰ ਦਿੱਤੇ। ਕਹਿੰਦੇ ਨੇ ਜੇ ਬ੍ਰਾਹਮਣ ਦੇ ਘਰ ਕੋਈ ਸੂਤਕ ਹੁੰਦਾ ਹੈ, ਕਿਸੇ ਬੱਚੇ ਦਾ ਜਨਮ ਹੁੰਦਾ ਹੈ ਜਾਂ ਕਿਸੇ ਦੀ ਮ੍ਰਿਤੂ ਹੁੰਦੀ ਹੈ, ਤੇ ਉਸ ਦੇ ਘਰ ਇਹ ਸੂਤਕ 10 ਦਿਨ ਤੱਕ ਰਹੇਗਾ। ਜੇ ਖੱਤਰੀ ਦੇ ਘਰ ਹੁੰਦਾ ਹੈ ਤੇ ਉਸ ਦੇ ਘਰ 13 ਦਿਨ ਤੱਕ ਰਹੇਗਾ, ਅਤੇ ਜੇ ਵੈਸ਼ ਦੇ ਘਰ ਹੁੰਦਾ ਹੈ ਉਸ ਦੇ ਘਰ 17 ਦਿਨ ਤੱਕ ਰਹੇਗਾ, ਅਤੇ ਜੇ ਕਿਸੇ ਸ਼ੂਦਰ ਦੇ ਘਰ ਹੁੰਦਾ ਹੈ ਤੇ ਉਸ ਦੇ ਘਰ ਪੂਰਾ 1 ਮਹੀਨਾ ਰਹੇਗਾ। ਉੱਥੇ ਵੀ ਆਪਣੇ ਆਪ ਨੂੰ ਬਚਾ ਕੇ ਚੱਲੇ ਨੇ। ਅਤੇ ਫਿਰ ਇਹ ਸੂਤਕ ਤੋਂ ਬਚਣ ਦੇ ਤਰੀਕੇ ਵੀ ਉਹਨਾਂ ਨੇ ਦੱਸੇ ਨੇ ਕਿ ਇਸ਼ਨਾਨ ਕਰਕੇ, ਨਵੇਂ ਕੱਪੜੇ ਪਾ ਕੇ, ਦਾਨ ਪੁੰਨ ਕਰਕੇ ਤੁਸੀਂ ਇਸ ਸੂਤਕ ਤੋਂ ਬਚ ਸਕਦੇ ਹੋ। ਸੋ ਐਸੇ ਭੁਲੇਖੇ ਜਿਹੜੇ ਸਮਾਜ ਨੂੰ ਉਹਨਾਂ ਨੇ ਪਾਏ, ਸਤਿਗੁਰਾਂ ਨੇ ਉਸ ਤੋਂ ਬਾਹਰ ਕੱਢਣ ਵਾਸਤੇ ਉਪਦੇਸ਼ ਸਾਨੂੰ ਦਿੱਤਾ ਹੈ। ਅਸਲ ਦੇ ਵਿੱਚ ਜਿਹੜਾ ਜੰਮਣਾ ਹੈ, ਮਰਨਾ ਹੈ, ਇਹਨਾਂ 3 ਸ਼ਲੋਕਾਂ ਦੇ ਵਿੱਚ ਜੋ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਅਖੀਰ ਵਿੱਚ ਜਾ ਕੇ ਮਹਾਰਾਜ ਨੇ ਸਾਨੂੰ ਦੱਸਿਆ ਕਿ ਜਿਹੜੇ ਭੁਲੇਖੇ ਨੇ, ਇਹ ਭੁਲੇਖੇ ਤੇ ਮਨੁੱਖ ਨੂੰ ਪਰਮਾਤਮਾ ਦੀ ਰਾਹ ਤੋਂ ਭਟਕਾਉਣ ਵਾਲੇ ਨੇ। ਅਸਲ ਦੇ ਵਿੱਚ ਜਿਹੜੇ ਸੂਤਕ ਨੇ, ਜਿਹੜੇ ਸਰੀਰ ਨੂੰ ਅਪਵਿੱਤਰ ਕਰਨ ਵਾਲੀਆਂ ਚੀਜ਼ਾਂ ਨੇ, ਉਹ ਤੇ ਦੂਜੀਆਂ ਨੇ, ਜਿਨ੍ਹਾਂ ਦਾ ਮਹਾਰਾਜ ਨੇ ਜ਼ਿਕਰ ਕੀਤਾ ਹੈ, ਹੁਣੇ ਆਪਾਂ ਵਿਚਾਰ ਕਰਾਂਗੇ। ਅਤੇ ਮਹਾਰਾਜ ਇਹ ਵੀ ਕਹਿੰਦੇ ਨੇ ਕਿ ਜਿਹੜਾ ਖਾਣਾ ਪੀਣਾ ਹੈ, ਜਿਹੜੀ ਰਸੋਈ ਵਿੱਚ ਬਣਦਾ ਹੈ, ਜਿਸ ਨੂੰ ਤੁਸੀਂ ਕਹਿੰਦੇ ਹੋ ਅਪਵਿੱਤਰ ਹੋ ਗਈ, ਉਸ ਰਸੋਈ ਦੇ ਵਿੱਚ ਜਿਹੜੇ ਤੁਸੀਂ ਲੱਕੜ ਜਲਾਉਂਦੇ ਹੋ, ਗੋਏ ਜਲਾਉਂਦੇ ਹੋ, ਉਹਨਾਂ ਦੇ ਵਿੱਚ ਵੀ ਜੀਵ ਹੁੰਦੇ ਨੇ। ਇਸ ਕਰਕੇ ਫਿਰ ਤਾਂ ਤੁਹਾਡੀ ਰਸੋਈ ਰੋਜ਼ ਹੀ ਅਪਵਿੱਤਰ ਹੈ, ਰੋਜ਼ ਹੀ ਉੱਥੇ ਸੂਤਕ ਹੈ। ਮਹਾਰਾਜ ਕਹਿੰਦੇ ਨੇ ਕਿ ਖਾਣਾ ਪੀਣਾ ਤੇ ਉਸ ਅਕਾਲ ਪੁਰਖ ਨੇ ਦਿੱਤਾ ਹੈ, ਉਸ ਦੀ ਦਾਤ ਹੈ, ਉਸਨੇ ਰਿਜ਼ਕ ਸਾਰਿਆਂ ਨੂੰ ਪਹੁੰਚਾਇਆ ਹੈ। ਖਾਣਾ ਪੀਣਾ ਪਵਿੱਤਰ ਹੈ, ਪਰ ਅਖੀਰ ਵਿੱਚ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਜਿਹੜੇ ਗੁਰਮੁਖ ਨੇ, ਜਿਹੜੇ ਗੁਰੂ ਦੀ ਸੋਝੀ ਲੈ ਕੇ ਇਸ ਗੱਲ ਨੂੰ ਸਮਝ ਲੈਂਦੇ ਨੇ, ਉਹਨਾਂ ਨੂੰ ਕੋਈ ਸੂਤਕ ਨਹੀਂ ਲੱਗਦਾ। ਅਸਲ ਦੇ ਵਿੱਚ ਜਿਹੜਾ ਮਨ ਦਾ ਸੂਤਕ ਹੈ ਉਹ ਤੇ ਸਾਰਿਆਂ ਨੂੰ ਹੀ ਚਿੰਬੜਿਆ ਹੋਇਆ ਹੈ, ਬਾਕੀ ਹੋਰ ਦੂਜਾ ਕੋਈ ਸੂਤਕ ਹੈ ਹੀ ਨਹੀਂ। ਹੁਣ ਮਹਾਰਾਜ ਨੇ ਜੋ ਬਖਸ਼ਿਸ਼ ਕੀਤੀ ਹੈ ਕਿ ਜੇ ਤੁਸੀਂ ਕਹਿੰਦੇ ਹੋ ਜੰਮਣ ਮਰਨ ਨਾਲ ਸੂਤਕ ਹੁੰਦਾ ਹੈ, ਤੇ ਮਹਾਰਾਜ ਦਾ ਉਪਦੇਸ਼ ਆਪਾਂ ਰੋਜ਼ ਪੜ੍ਹਦੇ ਹਾਂ, ਜੰਮਣ ਮਰਨਾ ਤੇ ਕਿਸੇ ਮਨੁੱਖ ਦੇ ਹੱਥ ਵਿੱਚ ਨਹੀਂ, ਇਹ ਤੇ ਉਸ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਹੈ, ਉਸ ਦੇ ਹੁਕਮ ਦੇ ਵਿੱਚ ਹੈ। ਜੋਰ ਨਾ ਜੀਵਨ, ਮਰਨ ਨਾ ਜੋਰ, ਮਹਾਰਾਜ ਕਹਿੰਦੇ ਨੇ। ਅਤੇ ਹੋਰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕਰਕੇ ਸਾਨੂੰ ਸਮਝਾਇਆ ਹੈ ਕਿ ਜਦੋਂ ਉਸ ਅਕਾਲ ਪੁਰਖ ਦਾ ਹੁਕਮ ਆ ਜਾਂਦਾ ਹੈ, ਉਸ ਦਾ ਸੁਨੇਹਾ ਆ ਜਾਂਦਾ ਹੈ, ਉਸ ਵੇਲੇ ਫਿਰ ਸਾਰਿਆਂ ਨੂੰ ਹੀ ਜਾਣਾ ਪੈਂਦਾ ਹੈ, ਉਸ ਦਾ ਭਾਣਾ ਹੈ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ, ਕੱਲੇ ਆਵੇਂ ਨਾਨਕਾ ਸੱਦੇ ਉੱਠੀ ਜਾਏ। ਜਦੋਂ ਉਹ ਭੇਜਦਾ ਹੈ ਸੰਸਾਰ ਦੇ ਵਿੱਚ, ਮਨੁੱਖ ਸੰਸਾਰ ਦੇ ਵਿੱਚ ਆ ਜਾਂਦਾ ਹੈ, ਅਤੇ ਜਦੋਂ ਉਹ ਬੁਲਾਉਂਦਾ ਹੈ, ਮਨੁੱਖ ਇਸ ਸੰਸਾਰ ਤੋਂ ਚਲਾ ਜਾਂਦਾ ਹੈ। ਇਹ ਉਸ ਅਕਾਲ ਪੁਰਖ ਨੇ ਇੱਕ ਨਿਯਮ ਬਣਾਇਆ ਹੈ। ਹੁਣ ਇਸ ਨਿਯਮ ਦੇ ਵਿੱਚ ਕੀ ਹੈ ਪਵਿੱਤਰਤਾ ਹੋ ਸਕਦੀ ਹੈ? ਜੋ ਉਸ ਅਕਾਲ ਪੁਰਖ ਦਾ ਹੁਕਮ ਹੈ, ਉਹ ਹੁਕਮ ਤੇ ਮਹਾ ਪਵਿੱਤਰ ਹੈ। ਉਸ ਦੇ ਹੁਕਮ ਦੇ ਵਿੱਚ ਕੋਈ ਅਪਵਿੱਤਰਤਾ ਨਹੀਂ ਹੈ। ਜੇ ਮਨੁੱਖ ਦਾ ਜਨਮ ਹੋ ਰਿਹਾ ਹੈ ਤੇ ਉਸ ਦੇ ਨਾਲ ਘਰ ਕਿਵੇਂ ਅਪਵਿੱਤਰ ਹੋ ਗਿਆ? ਜੇ ਮਨੁੱਖ ਜਾ ਰਿਹਾ ਹੈ ਸੰਸਾਰ ਨੂੰ ਛੱਡ ਕੇ, ਉਸ ਦੇ ਨਾਲ ਕਿਵੇਂ ਘਰ ਅਪਵਿੱਤਰ ਹੋ ਗਿਆ?
ਮਹਾਰਾਜ ਤੇ ਕਹਿੰਦੇ ਨੇ ਕਿ ਜਦੋਂ ਕਿਸੇ ਦਾ ਜਨਮ ਹੁੰਦਾ ਹੈ ਖੁਸ਼ੀ ਹੋਣੀ ਚਾਹੀਦੀ ਹੈ, ਇਹ ਨਹੀਂ ਕਿ ਘਰ ਦੇ ਵਿੱਚ ਖਾਣਾ ਪੀਣਾ ਜਿਹੜਾ ਹੈ ਉਹ ਵੀ ਬੰਦ ਹੋ ਜਾਏ। ਮਹਾਰਾਜ ਕਹਿੰਦੇ ਨੇ ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰੇ ਮਾਏ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਨੇ ਕਿ ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ। ਮਾਤਾ ਖੁਸ਼ ਹੁੰਦੀ ਹੈ, ਸਾਰਾ ਪਰਿਵਾਰ ਖੁਸ਼ ਹੁੰਦਾ ਹੈ। ਜਾ ਤਿਸ ਪਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ। ਸੋ ਮਹਾਰਾਜ ਕਹਿੰਦੇ ਨੇ ਕਿ ਇਹ ਜਿਹੜੀ ਭਾਵਨਾ ਤੁਸੀਂ ਮਨ ਵਿੱਚ ਰੱਖ ਰਹੀ ਹੈ ਕਿ ਜਨਮ ਤੇ ਮਰਨ ਦੇ ਨਾਲ ਘਰ ਅਪਵਿੱਤਰ ਹੋ ਗਿਆ, ਤੇ ਅਪਵਿੱਤਰਤਾ ਕਿੱਥੋਂ ਤੱਕ? ਕਹਿੰਦੇ ਨੇ ਜਿਸ ਨੂੰ ਤੁਸੀਂ ਛੂਹ ਲਓਗੇ, ਇੱਥੋਂ ਤੱਕ ਕਿ ਜੇ ਕਿਸੇ ਦੇ ਘਰ ਤੁਸੀਂ ਚਿੱਠੀ ਵੀ ਪਾ ਦਿਓਗੇ ਕਿ ਫਲਾਣੇ ਦਾ ਜਨਮ ਹੋ ਗਿਆ, ਫਲਾਣੇ ਦੀ ਮੌਤ ਹੋ ਗਈ, ਕਹਿੰਦੇ ਨੇ ਚਿੱਠੀ ਪੜ੍ਹਨ ਵਾਲਾ ਵੀ ਸੂਤਕ ਹੋ ਜਾਏਗਾ, ਉਸ ਨੂੰ ਵੀ ਪਵਿੱਤਰ ਹੋ ਜਾਏਗਾ, ਉਸ ਨੂੰ ਵੀ ਸੂਤਕ ਲੱਗ ਜਾਏਗਾ। ਸੋ ਇਹ ਹੋਇਆ ਜਿਹੜੇ ਲੋਕਾਂ ਦੇ ਵਿਚਾਰ ਸਨ, ਜਿਹੜੇ ਭਰਮ ਸਨ, ਉਹ ਮਹਾਰਾਜ ਨੇ ਅੱਜ ਦੂਰ ਕੀਤੇ ਨੇ ਇਹਨਾਂ ਸਲੋਕਾਂ ਦੇ ਵਿੱਚ। ਆਓ ਆਪਾਂ ਪੰਕਤੀਵਾਰ ਵਿਚਾਰ ਕਰੀਏ। ਸਤਿਗੁਰ ਬਖਸ਼ਿਸ਼ ਕਰਨ, ਆਪ ਹੀ ਸਿਰ 'ਤੇ ਮੇਤ ਭਰਿਆ ਹੱਥ ਰੱਖ ਕੇ ਆਪਣੀ ਵਿਚਾਰ ਕਰਾ ਲੈਣ। ਮਹਾਰਾਜ ਕਹਿੰਦੇ ਨੇ ਜੇ ਕਰ ਸੂਤਕ ਮੰਨੀਐ, ਸਭ ਤੈ ਸੂਤਕ ਹੋਏ। ਮਹਾਰਾਜ ਕਹਿੰਦੇ ਨੇ ਜੇ ਤੁਸੀਂ ਕਹਿੰਦੇ ਹੋ ਸੂਤਕ ਹੈ, ਵੈਸੇ ਹੈ ਕੁਝ ਨਹੀਂ, ਪਰ ਚਲੋ ਅਸੀਂ ਇੱਕ ਵਾਰੀ ਮੰਨ ਲੈਂਦੇ ਹਾਂ ਕਿ ਕੋਈ ਸੂਤਕ ਹੈ। ਫਿਰ ਮਹਾਰਾਜ ਕਹਿੰਦੇ ਨੇ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਕਹਿੰਦੇ ਨੇ ਜਿਹੜੇ ਗੋਹੇ ਤੁਸੀਂ ਲੱਕੜ ਜਿਹੜੀ ਹੈ ਰਸੋਈ ਵਿੱਚ ਜਲਾਉਂਦੇ ਹੋ, ਉਹਦੇ ਵਿੱਚ ਵੀ ਕੀੜੇ ਹੁੰਦੇ ਨੇ। ਅਸੀਂ ਵੇਖਦੇ ਹਾਂ ਜਿਨ੍ਹਾਂ ਨੂੰ ਪਿੰਡਾਂ ਦੇ ਵਿੱਚ ਜਾਂ ਆਪਣੇ ਘਰਾਂ ਵਿੱਚ ਕਦੋਂ ਇਹ ਅਵਸਰ ਪ੍ਰਾਪਤ ਹੋਇਆ ਹੈ, ਜਦੋਂ ਗੋਹੇ ਨੂੰ ਅੰਦਰੋਂ ਤੋੜ ਕੇ ਵੇਖੋ ਤਾਂ ਉਹਦੇ ਵਿੱਚੋਂ ਕੀੜੇ ਨਿਕਲਦੇ ਨੇ। ਲੱਕੜਾਂ ਦੇ ਵਿੱਚ ਵੀ ਕਦੇ ਕਦੇ ਕੀੜੇ ਨਿਕਲਦੇ ਨੇ। ਮਹਾਰਾਜ ਕਹਿੰਦੇ ਨੇ ਕਿ ਜਦੋਂ ਤੁਸੀਂ ਗੋਹੇ ਜਲਾ ਰਹੇ ਹੋ, ਲੱਕੜਾਂ ਚੁੱਲ੍ਹੇ ਵਿੱਚ ਜਲਾ ਰਹੇ ਹੋ, ਉਹਨਾਂ ਵਿੱਚ ਜਿਹੜੇ ਕੀੜੇ ਨੇ ਉਹ ਸੜਦੇ ਨੇ, ਉਹਨਾਂ ਦੀ ਮੌਤ ਹੁੰਦੀ ਹੈ। ਇਸ ਦਾ ਅਰਥ ਹੈ ਕਿ ਸੂਤਕ ਤੇ ਹੋ ਗਿਆ। ਫਿਰ ਮਹਾਰਾਜ ਹੋਰ ਅੱਗੇ ਬਖਸ਼ਿਸ਼ ਕਰ ਰਹੇ ਨੇ, ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਏ। ਕਹਿੰਦੇ ਜਿਹੜਾ ਪਾਣੀ ਤੁਸੀਂ ਪੀ ਰਹੇ ਹੋ, ਜਿਹੜਾ ਪਾਣੀ ਰਸੋਈ ਵਿੱਚ ਯੂਜ਼ ਕਰ ਰਹੇ ਹੋ, ਇਸਤੇਮਾਲ ਕਰ ਰਹੇ ਹੋ, ਕਹਿੰਦੇ ਸਭ ਤੋਂ ਪਹਿਲਾਂ ਤਾਂ ਇਹ ਪਾਣੀ ਹੈ ਜਿਸ ਵਿੱਚ ਕਿ ਹਜ਼ਾਰਾਂ ਹੀ ਜੀਵ ਨੇ। ਕੁਝ ਵੱਡੇ ਜੀਵ ਨੇ, ਕੁਝ ਛੋਟੇ ਜੀਵ ਨੇ, ਕੁਝ ਇਸ ਤਰ੍ਹਾਂ ਦੇ ਜੀਵ ਨੇ ਜਿਹੜੇ ਸਾਨੂੰ ਅੱਖਾਂ ਨਾਲ ਦਿਸਦੇ ਹੀ ਨਹੀਂ, ਮਾਈਕਰੋਸਕੋਪ ਲੈ ਕੇ ਦੇਖੋ ਤਾਂ ਦਿਸਦੇ ਨੇ। ਕਹਿੰਦੇ ਨੇ ਇਸ ਪਾਣੀ ਵਿੱਚ ਵੀ ਜੀਵ ਨੇ। ਇਸ ਕਰਕੇ ਤੇ ਫਿਰ ਇਹ ਸਮਝ ਲਓ ਕਿ ਉੱਥੇ ਵੀ ਸੂਤਕ ਹੋ ਗਿਆ। ਅਤੇ ਭਗਤ ਨਾਮਦੇਵ ਜੀ ਨੇ ਤੇ ਕਿਹਾ ਹੈ 42 ਲੱਖ ਜੀਵ ਜਲ ਮੈਂ ਹੋਤੇ। ਕਹਿੰਦੇ ਨੇ ਜਲ ਦੇ ਵਿੱਚ, ਸਮੁੰਦਰ ਦੇ ਵਿੱਚ ਜਿਹੜੇ ਨੇ ਉਹ ਜਿਵੇਂ 84 ਲੱਖ ਜੂਨੀਆਂ ਮੰਨੀਆਂ ਗਈਆਂ ਨੇ, ਅਤੇ ਭਗਤ ਜੀ ਕਹਿੰਦੇ ਨੇ 42 ਲੱਖ ਧਰਤੀ ਵਿੱਚ ਨੇ ਅਤੇ 42 ਲੱਖ ਜਿਹੜੇ ਨੇ ਪਾਣੀ ਵਿੱਚ ਨੇ। ਕਹਿੰਦੇ ਨੇ 42 ਲੱਖ ਜੀਵ ਜਲ ਮੈਂ ਹੋਤੇ, ਬੀਠਲ ਭੈਲਾ ਕਾਏ ਕਰੂੰ। ਉਹਨਾਂ ਦਾ ਇਹ ਸ਼ਬਦ ਹੈ ਜਿਸ ਵਿੱਚ ਉਹਨਾਂ ਨੇ ਇਹ ਭੁਲੇਖੇ ਦੂਰ ਕੀਤੇ ਨੇ ਕਿ ਫੁੱਲ ਚੜ੍ਹਾ ਕੇ ਪਰਮਾਤਮਾ ਦੀ ਪੂਜਾ ਕਰੋ, ਜਲ ਚੜ੍ਹਾ ਕੇ ਪਰਮਾਤਮਾ ਦੀ ਪੂਜਾ ਕਰੋ, ਉਸ ਦੇ ਨਾਲ ਇਸ਼ਨਾਨ ਕਰਾਓ, ਦੁੱਧ ਨਾਲ ਪਰਮਾਤਮਾ ਦੀ ਪੂਜਾ ਕਰੋ। ਮਹਾਰਾਜ ਕਹਿੰਦੇ ਨੇ ਕਿ ਉਹ ਭਾਈ ਬਾਬਾ ਨਾਮਦੇਵ ਜੀ ਕਹਿੰਦੇ ਨੇ ਕਿ ਮੈਂ ਇਹ ਦੇਖਦਾ ਹਾਂ, ਜਦੋਂ ਮੈਂ ਇਹ ਸੋਚਣ ਲੱਗਦਾ ਹਾਂ ਫੁੱਲ ਚੜ੍ਹਾਵਾਂ, ਅਤੇ ਮੈਂ ਦੇਖਦਾ ਹਾਂ ਕਿ ਫੁੱਲਾਂ ਨੂੰ ਤਾਂ ਪਹਿਲਾਂ ਭੌਰਾ ਹੀ ਜੂਠਾ ਕਰ ਗਿਆ, ਉਹ ਕਿੱਥੇ ਪਵਿੱਤਰ ਰਹਿ ਗਏ। ਜੇ ਮੈਂ ਸੋਚਦਾ ਹਾਂ ਦੁੱਧ ਚੜ੍ਹਾਵਾਂ, ਅਤੇ ਦੁੱਧ ਨੂੰ ਤਾਂ ਪਹਿਲਾਂ ਗਾਂ ਦੇ ਬਛੜੇ ਨੇ ਜੂਠਾ ਕਰ ਦਿੱਤਾ, ਉਹ ਕਿੱਥੋਂ ਸੁੱਚਾ ਰਹਿ ਗਿਆ। ਅਤੇ ਕਹਿੰਦੇ ਨੇ ਜੇ ਮੈਂ ਸੋਚਾਂ ਕਿ ਪਾਣੀ ਨਾਲ ਬੀਠਲ ਦਾ ਆਪਣੇ ਠਾਕੁਰ ਦਾ ਇਸ਼ਨਾਨ ਕਰਾ ਦੇਵਾਂ, ਅਤੇ 42 ਲੱਖ ਜੀਵ ਜਿਹੜੇ ਨੇ ਪਹਿਲਾਂ ਹੀ ਪਾਣੀ ਵਿੱਚ ਹੈਗੇ ਨੇ, ਪਾਣੀ ਕਿੱਥੋਂ ਸੁੱਚਾ ਰਹਿ ਗਿਆ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਪਾਣੀ ਵਿੱਚ ਇਤਨੇ ਜੀਵ ਨੇ, ਜੇ ਉਹ ਵੀ ਤੁਸੀਂ ਇਸਤੇਮਾਲ ਕਰ ਰਹੇ ਹੋ ਤਾਂ ਸਮਝ ਲਓ ਕਿ ਫਿਰ ਤੁਹਾਡਾ ਸੂਤਕ ਉੱਥੇ ਵੀ ਹੋ ਗਿਆ। ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਏ। ਇਸ ਪਾਣੀ ਨਾਲ ਤੇ ਹਰਿਆਲੀ ਹੁੰਦੀ ਹੈ, ਪੇੜ ਪੌਦੇ ਉੱਗਦੇ ਨੇ, ਇੱਕ ਤਰੀਕੇ ਦੇ ਨਾਲ ਨਵਾਂ ਜੀਵਨ ਮਿਲਦਾ ਹੈ। ਜਿਹੜਾ ਨਵਾਂ ਜੀਵਨ ਦੇਣ ਵਾਲਾ ਹੈ ਉਹ ਅਪਵਿੱਤਰ ਕਿਵੇਂ ਹੋ ਸਕਦਾ ਹੈ। ਮਹਾਰਾਜ ਕਹਿੰਦੇ ਨੇ ਸੂਤਕ ਕਿਉਂ ਕਰ ਰੱਖੀਏ, ਸੂਤਕ ਪਵੈ ਰਸੋਏ। ਕਹਿੰਦਾ ਕਿੱਥੋਂ ਤੱਕ ਤੁਸੀਂ ਆਪਣੇ ਸੂਤਕ ਤੋਂ ਬਚੋਗੇ ਜਦੋਂ ਤੁਹਾਡੀ ਰਸੋਈ ਦੇ ਵਿੱਚ ਹੀ ਸੂਤਕ ਆ ਗਿਆ। ਫਿਰ ਮਹਾਰਾਜ ਅਖੀਰ ਵੀ ਸ਼ਲੋਕ ਵਿੱਚ ਬਿਆਨ ਕਰ ਰਹੇ ਨੇ, ਨਾਨਕ ਸੂਤਕ ਏਵ ਨ ਉਤਰੈ, ਗਿਆਨ ਉਤਾਰੈ ਧੋਏ।
ਮਹਾਰਾਜ ਕਹਿੰਦੇ ਨੇ ਅਸਲ ਦੇ ਵਿੱਚ ਇਹ ਕੋਈ ਸੂਤਕ ਨਹੀਂ ਹੈਗਾ। ਹੁਣ ਜਿਹੜਾ ਸੂਤਕ ਤੁਹਾਡੇ ਮਨ ਨੂੰ ਚਿਮੜਿਆ ਹੈ ਉਸ ਦਾ ਜ਼ਿਕਰ ਮਹਾਰਾਜ ਅਗਲੇ ਸ਼ਲੋਕ ਵਿੱਚ ਕਰਨਗੇ। ਪਰ ਮਹਾਰਾਜ ਕਹਿੰਦੇ ਨੇ ਕਿ ਉਹ ਜਿਹੜਾ ਸੂਤਕ ਹੈ ਉਹ ਗਿਆਨ ਦੇ ਨਾਲ ਉਤਰਦਾ ਹੈ, ਅਗਿਆਨ ਦੇ ਨਾਲ ਨਹੀਂ ਉਤਰਦਾ। ਹੁਣ ਉਹ ਕਿਹੜਾ ਸੂਤਕ ਹੈ? ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ। ਕਹਿੰਦੇ ਨੇ ਸਭ ਤੋਂ ਵੱਡਾ ਸੂਤਕ ਜਿਹੜਾ ਤੁਹਾਨੂੰ ਲੱਗਿਆ ਹੋਇਆ ਹੈ, ਜਿਸ ਨੇ ਤੁਹਾਡੇ ਮਨ ਨੂੰ ਅਪਵਿੱਤਰ ਕੀਤਾ ਹੋਇਆ ਹੈ, ਉਹ ਤੇ ਕੂੜ ਹੈ, ਝੂਠ ਹੈ। ਜਦੋਂ ਤੁਸੀਂ ਝੂਠ ਬੋਲਦੇ ਹੋ, ਦੂਜਿਆਂ ਨੂੰ ਧੋਖਾ ਦਿੰਦੇ ਹੋ, ਝੂਠਾ ਜੀਵਨ ਬਤੀਤ ਕਰਦੇ ਹੋ, ਤੁਹਾਡੇ ਮਨ ਨੂੰ ਕੂੜ ਦਾ ਸੂਤਕ ਲੱਗ ਰਿਹਾ ਹੈ, ਤੁਹਾਡਾ ਮਨ ਅਪਵਿੱਤਰ ਹੈ। ਅਤੇ ਮਹਾਰਾਜ ਕਹਿੰਦੇ ਨੇ ਜੇਵਾ ਸੂਤਕ ਕੂੜ, ਜਿਹੜੀ ਜੀਭ ਤੋਂ ਤੁਸੀਂ ਝੂਠ ਬੋਲ ਰਹੇ ਹੋ, ਜਿਹੜੀ ਜੀਵਾ ਦੇ ਨਾਲ ਪਰਮਾਤਮਾ ਦੇ ਗੁਣ ਗਾਣੇ ਚਾਹੀਦੇ ਨੇ, ਉਸ ਜੀਵਾ ਦੇ ਨਾਲ ਤੁਸੀਂ ਝੂਠ ਬੋਲ ਰਹੇ ਹੋ, ਲੋਕਾਂ ਦੀ ਨਿੰਦਿਆ ਕਰ ਰਹੇ ਹੋ, ਇਸ ਕਰਕੇ ਉਹ ਅਪਵਿੱਤਰ ਹੋ ਗਈ। ਅਸਲ ਸੂਤਕ ਤੇ ਉਹ ਹੈ। ਅੱਗੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਅੱਖੀ ਸੂਤਕ ਵੇਖਣਾ ਪਰਤਰੈ ਪਰ ਧਨ ਰੂਪ। ਕਹਿੰਦੇ ਅੱਖਾਂ ਦੇ ਨਾਲ, ਮੰਦੀ ਨਜ਼ਰ ਦੇ ਨਾਲ ਪਰਾਈ ਇਸਤਰੀ ਦਾ ਰੂਪ ਵੇਖਣਾ, ਪਰਾਏ ਧਨ ਨੂੰ ਵੇਖਣਾ, ਇਹ ਜਿਹੜਾ ਹੈ ਤੁਹਾਡੀ ਅੱਖਾਂ ਨੂੰ ਅਪਵਿੱਤਰ ਕਰਦਾ ਹੈ। ਇਸ ਕਰਕੇ ਤੁਹਾਡੀ ਅੱਖਾਂ ਦਾ ਸੂਤਕ ਹੈ। ਮਹਾਰਾਜ ਕਹਿੰਦੇ ਨੇ, ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਏ। ਲਾਇਤ ਬਾਰੀ ਦਾ ਅਰਥ ਜਿਹੜਾ ਵਿਦਵਾਨਾਂ ਨੇ ਲਿਖਿਆ ਹੈ ਚੁਗਲੀ ਕਰਨੀ। ਕਹਿੰਦੇ ਨੇ ਜਿਹੜੀ ਚੁਗਲੀ ਕਰਦੇ ਹੋ, ਚੁਗਲੀ ਸੁਣਦੇ ਹੋ, ਇਹ ਤੁਹਾਡੇ ਕੰਨਾਂ ਨੂੰ ਅਪਵਿੱਤਰ ਕਰਦਾ ਹੈ, ਇਹ ਤੁਹਾਡੇ ਕੰਨਾਂ ਦਾ ਸੂਤਕ ਹੈ। ਫਿਰ ਮਹਾਰਾਜ ਕਹਿੰਦੇ ਨੇ ਇਸ ਦਾ ਨਤੀਜਾ ਕੀ ਹੁੰਦਾ ਹੈ? ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਏ। ਕਹਿੰਦੇ ਨੇ ਮਨੁੱਖ ਜਿਹੜਾ ਚਿੱਟੇ ਕੱਪੜੇ ਪਾ ਕੇ ਹੰਸਾਂ ਵਰਗਾ ਬਣਿਆ ਫਿਰਦਾ ਹੈ ਜਾਂ ਆਪਣੇ ਆਪ ਨੂੰ ਪਵਿੱਤਰ ਸਮਝਦਾ ਹੈ, ਅਖੀਰ ਦੇ ਵਿੱਚ ਇਹਨਾਂ ਭਰਮਾਂ ਦੇ ਵਿੱਚ ਪੈਣ ਕਰਕੇ, ਇਹਨਾਂ ਸੂਤਕਾਂ ਦੇ ਕਰਕੇ, ਮਨ ਦੇ ਸੂਤਕ ਦੇ ਕਰਕੇ ਉਹ ਮਨੁੱਖ ਜਿਹੜਾ ਹੈ ਫਿਰ ਅਖੀਰ ਦੇ ਵਿੱਚ ਬਣ ਕੇ ਜੰਪੁਰ ਲੈ ਆਇਆ ਜਾਂਦਾ ਹੈ, ਜਮਾਂ ਦੇ ਹਵਾਲੇ ਉਸ ਨੂੰ ਕੀਤਾ ਜਾਂਦਾ ਹੈ। ਅਗਲੇ ਸ਼ਲੋਕ ਵਿੱਚ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਸਭ ਸੂਤਕ ਭਰਮ ਹੈ ਦੂਜੇ ਲੱਗੇ ਜਾਏ। ਕਹਿੰਦੇ ਨੇ ਅਸਲ ਦੇ ਵਿੱਚ ਕੋਈ ਸੂਤਕ ਨਹੀਂ, ਕੋਈ ਅਪਵਿੱਤਰਤਾ ਨਹੀਂ ਹੈ। ਅਸਲ ਤੇ ਇਹ ਮਨ ਦਾ ਭਰਮ ਹੈ ਤੁਹਾਡਾ, ਜਿਸ ਨੂੰ ਕਿ ਤੁਸੀਂ ਸੂਤਕ ਮੰਨ ਰਹੇ ਹੋ। ਕਿਉਂਕਿ ਜੰਮਨ ਮਰਨਾ ਹੁਕਮ ਹੈ ਭਾਣੇ ਆਵੇ ਜਾਏ। ਮਨੁੱਖ ਦਾ ਜੰਮਣਾ, ਮਨੁੱਖ ਦਾ ਮਰਨਾ ਜਿਹੜਾ ਹੈ ਉਸ ਅਕਾਲ ਪੁਰਖ ਦਾ ਹੁਕਮ ਹੈ। ਉਸ ਦੇ ਭਾਣੇ ਵਿੱਚ ਹੀ ਮਨੁੱਖ ਆ ਰਿਹਾ ਹੈ, ਉਸ ਦੇ ਭਾਣੇ ਵਿੱਚ ਹੀ ਜਾ ਰਿਹਾ ਹੈ। ਖਾਣਾ ਪੀਣਾ ਪਵਿੱਤਰ ਹੈ ਦਿੱਤੋ ਨਿਰਜਕ ਸਮਾਏ। ਮਹਾਰਾਜ ਕਹਿੰਦੇ ਨੇ ਖਾਣਾ ਪੀਣਾ ਜਿਹੜਾ ਹੈ, ਸੂਤਕ ਮੰਨ ਕੇ ਖਾਣਾ ਪੀਣਾ ਛੱਡ ਦਿਓ, ਰਸੋਈ ਵਿੱਚ ਖਾਣਾ ਬਣਾਉਣਾ ਬੰਦ ਕਰ ਦਿਓ। ਜਿਸ ਦੇ ਘਰ ਜਨਮ ਹੋ ਗਿਆ, ਜਿਸ ਦੇ ਘਰ ਮੌਤ ਹੋ ਗਈ, ਉਸ ਦੇ ਘਰ ਦਾ ਖਾਓ ਨਾ। ਕਹਿੰਦੇ ਨੇ ਇਹ ਸਭ ਤੁਹਾਡੇ ਮਨ ਦਾ ਭਰਮ ਹੈ। ਖਾਣਾ ਪੀਣਾ ਤੇ ਪਵਿੱਤਰ ਹੈ ਕਿਉਂਕਿ ਇਹ ਰਿਜ਼ਕ ਉਸ ਅਕਾਲ ਪੁਰਖ ਨੇ ਤੁਹਾਨੂੰ ਦਿੱਤਾ ਹੈ। ਨਾਨਕ ਜਿਨੇ ਗੁਰਮੁਖ ਬੂਝਿਆ ਤਿਨਾ ਸੂਤਕ ਨਾਏ। ਮਹਾਰਾਜ ਕਹਿੰਦੇ ਨੇ ਜਿਸ ਨੇ ਇਸ ਗਿਆਨ ਨੂੰ ਪ੍ਰਾਪਤ ਕਰ ਲਿਆ, ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਰਾਹੀਂ, ਗੁਰੂ ਦੀ ਰਾਹੀਂ ਇਹ ਗੱਲ ਸਮਝ ਲਈ, ਉਹਨਾਂ ਨੂੰ ਫਿਰ ਇਹ ਮਨ ਦੀ ਪਵਿੱਤਰਤਾ ਵੀ ਨਹੀਂ ਲੱਗਦੀ। ਮਨ ਦੇ ਜਿਹੜੇ ਰੋਗ ਨੇ, ਮਨ ਦੇ ਜਿਹੜੇ ਵਿਕਾਰ ਨੇ, ਜਿਨ੍ਹਾਂ ਨੇ ਸਾਡੇ ਮਨ ਤੇ ਤਨ ਨੂੰ ਅਪਵਿੱਤਰ ਕੀਤਾ ਹੋਇਆ ਹੈ, ਮਹਾਰਾਜ ਕਹਿੰਦੇ ਨੇ ਗੁਰੂ ਦੀ ਰਾਹੀਂ ਉਹ ਮਨ ਸਾਡਾ ਪਵਿੱਤਰ ਹੋ ਸਕਦਾ ਹੈ। ਗੁਰੂ ਦੀ ਕਿਰਪਾ ਦੇ ਰਾਹੀਂ, ਗੁਰੂ ਦੇ ਗਿਆਨ ਦੇ ਰਾਹੀਂ ਇਹ ਮਨ ਸਾਡਾ ਪਵਿੱਤਰ ਤੋਂ ਪਵਿੱਤਰ ਹੋ ਸਕਦਾ ਹੈ ਅਤੇ ਫਿਰ ਇਹ ਕੋਈ ਵੀ ਸੂਤਕ ਜਿਹੜਾ ਹੈ ਸਾਨੂੰ ਲੱਗ ਨਹੀਂ ਸਕਦਾ। ਸੋ ਸਤਿਗੁਰਾਂ ਨੇ ਬਖਸ਼ਿਸ਼ ਕਰਕੇ, ਕਿਉਂਕਿ ਵਿਸ਼ਾ ਇੱਕ ਹੀ ਹੈ, ਇੱਕੋ ਵਾਰੀ ਇਸ ਦਾ ਵਿਚਾਰ ਕਰਨਾ ਜ਼ਰੂਰੀ ਹੈ, ਇਸ ਕਰਕੇ ਸੰਖੇਪ ਦੇ ਵਿੱਚ ਵਿਚਾਰ ਕੀਤੀ ਹੈ। ਸਤਿਗੁਰਾਂ ਨੇ ਉਪਦੇਸ਼ ਸਾਨੂੰ ਦਿੱਤਾ ਹੈ, ਇਹਨਾਂ ਭਰਮਾਂ, ਇਹਨਾਂ ਵਹਿਮਾਂ ਦੇ ਵਿੱਚ ਬਿਲਕੁਲ ਨਹੀਂ ਪੈਣਾ। ਜੋ ਗੁਰਮਤ ਦਾ ਸਿਧਾਂਤ ਹੈ, ਗੁਰਸਿੱਖੀ ਦਾ ਸਿਧਾਂਤ ਹੈ, ਉਸ ਅਨੁਸਾਰ ਗੁਰਸਿੱਖ ਦੇ ਜਨਮ ਦੇ ਵਿੱਚ 4 ਸੰਸਕਾਰ ਨੇ। ਪਹਿਲਾ ਜਨਮ ਸੰਸਕਾਰ ਹੈ, ਦੂਜਾ ਅੰਮ੍ਰਿਤ ਸੰਸਕਾਰ ਹੈ, ਤੀਜਾ ਆਨੰਦ ਸੰਸਕਾਰ ਹੈ ਅਤੇ ਚੌਥਾ ਮ੍ਰਿਤਕ ਸੰਸਕਾਰ। 4 ਸੰਸਕਾਰਾਂ 'ਤੇ ਹੀ ਸਾਡੇ ਘਰਾਂ ਦੇ ਵਿੱਚ ਕੀਰਤਨ ਹੁੰਦਾ ਹੈ, 4 ਸੰਸਕਾਰਾਂ ਦੇ ਵਿੱਚ ਹੀ ਲੰਗਰ ਬਣਦਾ ਹੈ, 4 ਸੰਸਕਾਰਾਂ 'ਤੇ ਹੀ ਆਨੰਦ ਸਾਹਿਬ ਪੜ੍ਹਿਆ ਜਾਂਦਾ ਹੈ। ਇੱਥੇ ਤੇ ਕੁਝ ਵੀ ਹੋਵੇ, ਆਨੰਦ ਹੀ ਆਨੰਦ ਹੈ। ਇੱਥੇ ਕੋਈ ਸੂਤਕ ਨਹੀਂ ਹੈ, ਕੋਈ ਅਪਵਿੱਤਰਤਾ ਨਹੀਂ ਹੈ। ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਸਾਨੂੰ ਇਹਨਾਂ ਭਰਮਾਂ ਭੁਲੇਖਿਆਂ ਤੋਂ ਬਾਹਰ ਕੱਢਿਆ ਹੈ।
ਪਰ ਅਸੀਂ ਭੁੱਲਦੇ ਜਾ ਰਹੇ ਹਾਂ। ਅਸੀਂ ਸਤਿਗੁਰੂ ਦੇ ਉਪਦੇਸ਼ ਨੂੰ ਧਿਆਨ ਨਾਲ ਸੁਣਦੇ ਨਹੀਂ ਜਾਂ ਸੁਣ ਕੇ ਮੰਨਣ ਨੂੰ ਤਿਆਰ ਨਹੀਂ। ਸਾਰਾ ਕੁਝ ਹੁੰਦਿਆਂ ਹੈ ਵੀ ਅਸੀਂ ਅੱਖਾਂ ਬੰਦ ਕਰਕੇ ਲੋਕਾਂ ਦੇ ਮਗਰ ਤੁਰੀ ਜਾਂਦੇ ਹਾਂ, ਵਰਤ ਵੀ ਰੱਖੇ ਜਾਂਦੇ ਹਾਂ, ਦੂਜੇ ਕੰਮ ਵੀ ਕੀਤੇ ਜਾਂਦੇ ਹਾਂ। ਪਰ ਅਸਲ ਦੇ ਵਿੱਚ ਇਹ ਗੁਰਮਤਿ ਦੇ ਵਿਰੁੱਧ ਹੈ, ਰਹਿਤ ਮਰਿਆਦਾ ਦੇ ਵਿਰੁੱਧ ਹੈ, ਗੁਰੂ ਦੇ ਉਪਦੇਸ਼ ਦੇ ਵਿਰੁੱਧ ਹੈ। ਗੁਰੂ ਸਾਹਿਬ ਕਹਿੰਦੇ ਨੇ, ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੋ, ਗੁਰਬਾਣੀ ਨੂੰ ਗੁਰੂ ਮੰਨਦੇ ਹੋ, ਆਪਣੇ ਮਨ ਨੂੰ ਦ੍ਰਿੜ ਕਰਕੇ ਇਹਨਾਂ ਵਹਿਮਾਂ ਭਰਮਾਂ ਤੋਂ ਬਾਹਰ ਨਿਕਲੋ। ਗੁਰੂ ਦੇ ਉਪਦੇਸ਼ ਦੇ ਰਾਹੀਂ ਆਪਣੇ ਮਨ ਨੂੰ ਬੁਰਾਈਆਂ ਤੋਂ ਬਚਾਓ, ਆਪਣੇ ਮਨ ਨੂੰ ਅਵਗੁਣਾਂ ਤੋਂ ਬਚਾਓ ਅਤੇ ਉਸ ਅਕਾਲ ਪੁਰਖ ਦੇ ਘਰ ਪੁੱਜਣ ਵਾਸਤੇ ਆਪਣੀ ਰਾਹ ਜਿਹੜੀ ਉਹਨੂੰ ਸੌਖੀ ਕਰੋ। ਹੁਣ ਅੱਗੇ ਸਤਿਗੁਰ ਪੌੜੀ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਉਹ ਸਤਿਗੁਰ ਕਿਹੋ ਜਿਹਾ ਹੈ ਜਿਹੜਾ ਕਿ ਸਾਨੂੰ ਇਹਨਾਂ ਅਵਗੁਣਾਂ ਤੋਂ ਬਚਾ ਸਕਦਾ ਹੈ, ਸਾਡੀਆਂ ਬੁਰਾਈਆਂ ਬਾਹਰ ਕੱਢ ਸਕਦਾ ਹੈ। ਮਹਾਰਾਜ ਕਹਿ ਰਹੇ ਨੇ, ਸਤਿਗੁਰ ਵੱਡਾ ਕਰਸਾ ਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ। ਕਹਿੰਦੇ ਉਹ ਸਤਿਗੁਰ ਇੰਨਾ ਵੱਡਾ ਹੈ, ਇੰਨਾ ਉੱਚਾ ਹੈ, ਇੰਨਾ ਸੁੱਚਾ ਹੈ, ਜਿਸ ਵਿੱਚ ਕਿਤਨੀਆਂ ਵਡਿਆਈਆਂ ਨੇ, ਕਿਤਨੇ ਗੁਣ ਨੇ ਉਸ ਸਤਿਗੁਰ ਦੇ ਵਿੱਚ, ਜੋ ਕਿ ਸਾਨੂੰ ਹਰ ਬਿਮਾਰੀ ਤੋਂ, ਹਰ ਦੁੱਖ ਤੋਂ, ਹਰ ਰੋਗ ਤੋਂ, ਹਰ ਵਿਕਾਰ ਤੋਂ ਬਚਾ ਸਕਦਾ ਹੈ। ਸਤਿਗੁਰਾਂ ਨੇ ਤੇ ਆਪ ਹੀ ਦੱਸਿਆ ਹੈ ਗੁਰੂ ਨੂੰ ਕਿਵੇਂ ਵੱਡਾ ਕਰਕੇ ਕਹਿਣਾ ਚਾਹੀਦਾ ਹੈ। ਮਹਾਰਾਜ ਆਪ ਕਹਿੰਦੇ ਨੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਸਾਨੂੰ ਤੇ ਜਾਚ ਦੱਸੀ ਹੈ ਕਿਵੇਂ ਗੁਰੂ ਦੀ ਉਸਤਤ ਕਰਨੀ ਚਾਹੀਦੀ ਹੈ, ਕਿਵੇਂ ਗੁਰੂ ਦੇ ਗੁਣਾਂ ਦਾ ਬਖਾਣ ਕਰਨਾ ਚਾਹੀਦਾ ਹੈ। ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਬਦ ਪੜ੍ਹਦੇ ਹਾਂ ਗੁਰੂ ਅਮਰਦਾਸ ਜੀ ਦੇ ਪ੍ਰਤੀ, ਸਤਿਗੁਰਾਂ ਦੇ ਕਿਤਨੀ ਭਾਵਨਾ ਹੈ ਆਪਣੇ ਗੁਰੂ ਵਾਸਤੇ। ਮਹਾਰਾਜ ਕਹਿੰਦੇ ਨੇ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰੂ ਬੋਲਤ ਤਬ ਬਿਸਮ ਹੋਏ ਜਈ ਹੈ। ਕਹਿੰਦੇ ਨੇ, ਮੈਂ ਇਹ ਸਤਿਗੁਰੂ ਤੁਹਾਡੇ ਗੁਣ ਕਿੱਥੋਂ ਤੱਕ ਕਵਾਂ, ਜਦੋਂ ਮੈਂ ਤੁਹਾਨੂੰ ਸੁਣਦਾ ਹਾਂ, ਤੁਸੀਂ ਬੋਲਦੇ ਹੋ, ਮੈਂ ਤੇ ਵਿਸਮਾਦ ਵਿੱਚ ਚਲਾ ਜਾਂਦਾ ਹਾਂ, ਅਸ਼ਰਤ ਵਿੱਚ ਚਲਾ ਜਾਂਦਾ ਹਾਂ। ਤੇ ਮਹਾਰਾਜ ਕਹਿੰਦੇ ਨੇ, ਤੁਹਾਡੇ ਕਿਤਨੇ ਗੁਣ ਨੇ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ ਨਹੀਂ, ਹਮ ਸਤਿਗੁਰ ਰਾਖ ਲਈਏ ਛਡਾਏ। ਕਹਿੰਦੇ ਸਾਡੇ ਵਰਗੇ ਅਪਰਾਧੀ ਜਿਹੜੇ ਨੇ, ਅਵਗੁਣਿਆਰੇ ਨੇ, ਇਹਨਾਂ ਨੂੰ ਕੌਣ ਬਚਾਏਗਾ। ਪਰ ਮੇਰਾ ਸਤਿਗੁਰ ਇਤਨਾ ਗੁਣੀ ਨਿਧਾਨ ਹੈ ਜਿਸ ਨੇ ਕਿ ਸਾਨੂੰ ਇਹਨਾਂ ਅਵਗੁਣਾਂ ਤੋਂ ਬਚਾ ਲਿਆ। ਮਹਾਰਾਜ ਕਹੇ ਨੇ, ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਪ ਮੇਰਾ ਸਖਾ ਸਖਾਈ। ਕਹਿੰਦੇ ਮੇਰਾ ਤੇ ਸਾਰਾ ਕੁਝ ਤੂੰ ਹੀ ਹੈ। ਫਿਰ ਅਖੀਰ ਵਿੱਚ ਮਹਾਰਾਜ ਨੇ ਬਖਸ਼ਿਸ਼ ਕਰਕੇ ਕਮਾਲ ਕਰ ਦਿੱਤੀ ਹੈ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਤ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਕਹਿੰਦਾ ਸਾਡੀ ਕੋਈ ਗੱਲ ਹੀ ਨਹੀਂ ਪੁੱਛਣੀ ਸੀ ਕਿਸੇ ਨੇ, ਤੁਸੀਂ ਇਤਨੇ ਦਿਆਲੂ ਹੋ, ਇਤਨੇ ਕਿਰਪਾਲੂ ਹੋ, ਸਾਨੂੰ ਕੀਰਿਆਂ ਨੂੰ ਤੁਸੀਂ ਆਪਣੇ ਬਰਾਬਰ ਥਾਪ ਲਿਆ। ਇਹ ਹੈ ਸਤਿਗੁਰਾਂ ਦੀ ਵਡਿਆਈ। ਸਾਨੂੰ ਤੇ ਆਪਣੀਆਂ ਬੁਰਾਈਆਂ ਨਜ਼ਰ ਹੀ ਨਹੀਂ ਆਉਂਦੀਆਂ, ਸਾਨੂੰ ਤੇ ਆਪਣੇ ਗੁਣ ਹੀ ਦਿਸਦੇ ਨੇ, ਅਵਗੁਣ ਨਹੀਂ ਦਿਸਦੇ। ਪਰ ਅਸਲ ਦੇ ਵਿੱਚ ਜਦੋਂ ਤੱਕ ਸਾਨੂੰ ਆਪਣੇ ਅਵਗੁਣ ਨਹੀਂ ਦਿਸਣਗੇ, ਆਪਣੀਆਂ ਬੁਰਾਈਆਂ ਨਹੀਂ ਦਿਸਣਗੀਆਂ, ਉਸ ਸਮੇਂ ਤੱਕ ਅਸੀਂ ਇਹਨਾਂ ਅਵਗੁਣਾਂ ਤੋਂ ਬਚ ਵੀ ਨਹੀਂ ਸਕਦੇ। ਸਾਨੂੰ ਤੇ ਅਰਦਾਸ ਕਰਨੀ ਚਾਹੀਦੀ ਹੈ। ਕਿਤਨੇ ਅਵਗੁਣ ਨੇ ਸਾਡੇ ਵਿੱਚ। ਮਹਾਰਾਜ ਨੇ ਦੱਸਿਆ ਹੈ, ਜੇਤਾ ਸਮਨ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਓ, ਡੁੱਬਦੇ ਪੱਥਰ ਤਾਰੇ। ਮਹਾਰਾਜ ਤੇ ਕਹਿੰਦੇ ਨੇ, ਸਤਿਗੁਰੂ ਤੇ ਗੁਣਾਂ ਦਾ ਖਜ਼ਾਨਾ ਹੈ, ਉਹ ਬਖਸ਼ ਲੈਂਦਾ ਹੈ ਸਾਨੂੰ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੈ ਅਵਗੁਣਿਆਰੇ। ਜਿਹੜੇ ਅਵਗੁਣਿਆਰੇ ਨੇ ਉਹਨਾਂ ਨੂੰ ਸਤਿਗੁਰੂ ਆਪ ਬਖਸ਼ ਲੈਂਦਾ ਹੈ। ਸੋ ਸਤਿਗੁਰੂ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ ਕਿ ਉਸ ਗੁਰੂ ਦੀ ਵਡਿਆਈ ਜਿਹੜੀ ਹੈ ਗਾਉਣੀ ਚਾਹੀਦੀ ਹੈ, ਉਸ ਦੇ ਗੁਣਾਂ ਨੂੰ ਸਲਾਹਣਾ ਚਾਹੀਦਾ ਹੈ, ਉਸ ਨੂੰ ਵੱਡਾ ਕਰਕੇ ਗਾਉਣਾ ਚਾਹੀਦਾ ਹੈ। ਅਤੇ ਮਹਾਰਾਜ ਕਹਿੰਦੇ ਨੇ, ਪਰ ਹੁੰਦਾ ਕਿਵੇਂ ਹੈ, ਸਹਿ ਮੇਲੇ ਤਨਦਰੀ ਆਈਆਂ। ਸਹਿ ਦਾ ਇੱਥੇ ਅਰਥ ਹੈ ਉਹ ਪਤੀ ਪਰਮਾਤਮਾ ਪਰਮੇਸ਼ਰ, ਜੋ ਕਿਰਪਾ ਕਰਕੇ ਸਾਨੂੰ ਸਤਿਗੁਰੂ ਨੂੰ ਮੇਲ ਦਿੰਦਾ ਹੈ। ਜੇ ਸਤਿਗੁਰ ਮਿਲ ਪੈਂਦਾ ਹੈ ਤਾਂ ਸਾਨੂੰ ਸਤਿਗੁਰ ਦੇ ਗੁਣ ਨਜ਼ਰ ਆਉਂਦੇ ਨੇ, ਉਸ ਦੀਆਂ ਵਡਿਆਈਆਂ ਨਜ਼ਰ ਆਉਂਦੀਆਂ ਹੈ। ਅਤੇ ਇਹ ਵੀ ਸੱਚ ਹੈ, ਬਿਨਾਂ ਅਕਾਲ ਪੁਰਖ ਦੀ ਕਿਰਪਾ ਦੇ ਗੁਰੂ ਨਹੀਂ ਮਿਲਦਾ, ਬਿਨਾਂ ਗੁਰੂ ਦੀ ਕਿਰਪਾ ਦੇ ਅਕਾਲ ਪੁਰਖ ਨਹੀਂ ਮਿਲਦਾ। ਇਹ ਤੇ ਸਤਿਗੁਰੂ ਹੋਏਗਾ ਤੇ ਅਕਾਲ ਪੁਰਖ ਮਿਲੇਗਾ। ਜੇ ਅਕਾਲ ਪੁਰਖ ਕਿਰਪਾ ਕਰੇਗਾ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਵਰਗਾ ਸਤਿਗੁਰੂ ਮਿਲੇਗਾ। ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਮੁਰਿਆਈਆਂ। ਸਤਿਗੁਰ ਕੀ ਬਖਸ਼ਿਸ਼ ਕਰਦਾ ਹੈ, ਸਾਡੇ ਮਸਤਕ ਤੇ ਸਾਡੇ ਸਿਰ ਤੇ ਹੱਥ ਰੱਖ ਕੇ ਸਾਡੇ ਵਿੱਚੋਂ ਬੁਰਾਈਆਂ ਨੂੰ ਕੱਢ ਦਿੰਦਾ ਹੈ।
ਸਾਡੇ ਜਿਹੜੇ ਅਵਗੁਣ ਨੇ ਉਹਨਾਂ ਨੂੰ ਦੂਰ ਕਰ ਦਿੰਦਾ ਹੈ। ਪਰ ਲੋੜ ਹੈ ਸਤਿਗੁਰ ਅੱਗੇ ਸਿਰ ਰੱਖਣ ਦੀ। ਜੇ ਸਤਿਗੁਰ ਅੱਗੇ ਮਨ ਕਰਕੇ ਸਿਰ ਰੱਖਾਂਗੇ ਨਹੀਂ ਤੇ ਸਾਡੇ ਅਵਗੁਣ ਦੂਰ ਕਿਵੇਂ ਹੋਣਗੇ। ਅਖੀਰ ਵਿੱਚ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਸਹਿਤ ਉੱਠੈ ਨੌ ਨਿਧ ਪਾਈਆਂ। ਜੇ ਉਹ ਅਕਾਲ ਪੁਰਖ ਪਤੀ ਪਰਮੇਸ਼ਰ ਪਰਮਾਤਮਾ ਜਿਹੜਾ ਹੈ, ਜੇ ਉਹ ਸਾਡੇ ਤੇ ਟੁੱਟ ਪਵੇ, ਗੁਰੂ ਦੀ ਮਿਹਰ ਸਦਕਾ ਉਸ ਦੀ ਨਜ਼ਰ ਸਾਡੇ ਤੇ ਹੋ ਜਾਵੇ, ਤੇ ਫਿਰ ਨੌ ਨਿਧ ਦਾ ਅਰਥ ਹੈ ਸਾਰੇ ਖਜ਼ਾਨੇ ਜਿਹੜੇ ਨੇ ਉਹ ਸਾਨੂੰ ਪ੍ਰਾਪਤ ਹੋ ਜਾਂਦੇ ਨੇ। ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਇਹ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ। ਅਸੀਂ ਵਡਭਾਗੀ ਹਾਂ, ਸਾਨੂੰ ਸਤਿਗੁਰੂ ਸਾਡੇ ਕੋਲ ਨੇ, ਸਤਿਗੁਰੂ ਸਾਨੂੰ ਮਿਲੇ ਹੋਏ ਨੇ। ਇਹ ਉਸ ਅਕਾਲ ਪੁਰਖ ਦੀ ਬਖਸ਼ਿਸ਼ ਹੈ। ਅਤੇ ਜਦੋਂ ਅਸੀਂ ਪਾਠ ਕਰਦੇ ਹਾਂ, ਪਾਠ ਸੁਣਦੇ ਹਾਂ, ਇਉਂ ਸਮਝਿਆ ਕਰੋ ਸਤਿਗੁਰੂ ਬੋਲ ਕੇ ਸਾਡੇ ਨਾਲ ਗੱਲਾਂ ਕਰ ਰਿਹਾ ਹੈ। ਸਤਿਗੁਰ ਦੇ ਉਪਦੇਸ਼ ਨੂੰ ਸੁਣ ਕੇ ਹਿਰਦੇ ਵਿੱਚ ਵਸਾਉਣਾ ਹੈ। ਜਿਹੜੇ ਅਵਗੁਣ ਸਾਡੇ ਵਿੱਚ ਨੇ ਉਹਨਾਂ ਨੂੰ ਪਛਾਣਨਾ ਹੈ। ਅਵਗੁਣ ਜਿਹੜੇ ਨੇ ਉਹ ਸਾਨੂੰ ਪਰਮਾਤਮਾ ਤੋਂ ਦੂਰ ਕਰਦੇ ਨੇ, ਗੁਣ ਜਿਹੜੇ ਨੇ ਸਾਨੂੰ ਪਰਮਾਤਮਾ ਦੇ ਨੇੜੇ ਜਾਂਦੇ ਨੇ। ਜਦੋਂ ਤੱਕ ਸਾਨੂੰ ਬਿਮਾਰੀ ਦਾ ਪਤਾ ਨਹੀਂ ਹੋਏਗਾ ਅਸੀਂ ਇਲਾਜ ਵੀ ਨਹੀਂ ਕਰ ਸਕਾਂਗੇ। ਸੋ ਇਸ ਕਰਕੇ ਹਰ ਵੇਲੇ ਇਹ ਅਰਦਾਸ ਕਰਨੀ ਚਾਹੀਦੀ ਹੈ, ਸਤਿਗੁਰੂ ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਓ, ਹੋਂ ਪਾਪੀ ਵੱਡ ਗੁਨਹਗਾਰ। ਸਤਿਗੁਰੂ ਬਖਸ਼ਿਸ਼ ਕਰਨ, ਕਿਰਪਾ ਕਰਨ, ਇਹ ਬਾਣੀ ਦਾ ਗਿਆਨ ਦਾ ਪ੍ਰਕਾਸ਼ ਸਾਡੇ ਹਿਰਦਿਆਂ ਵਿੱਚ ਵਸੇ। ਅਸੀਂ ਵੀ ਇਸ ਗਿਆਨ ਦੇ ਪ੍ਰਕਾਸ਼ ਦੇ ਨਾਲ ਵਰਮਾਂ ਪਹਿਮਾਂ ਤੋਂ ਜਿਹੜੇ ਭਰਮ ਪਾਏ ਹੋਏ ਨੇ ਲੋਕਾਂ ਨੇ ਉਹਨਾਂ ਤੋਂ ਦੂਰ ਰਹੀਏ, ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਜੀਵੀਏ ਅਤੇ ਜੋ ਸਾਡੇ ਜੀਵਨ ਦਾ ਨਿਸ਼ਾਨਾ ਹੈ ਉਸ ਅਕਾਲ ਪੁਰਖ ਤੱਕ ਪੁੱਜਣ ਦਾ, ਉਸ 'ਚ ਸਫਲ ਹੋਈਏ, ਕਾਮਯਾਬ ਹੋਈਏ। ਸਤਿਗੁਰੂ ਬਖਸ਼ਿਸ਼ ਕਰਨ, ਕਿਰਪਾ ਕਰਨ, ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਸਾਰਿਆਂ ਦੇ ਘਰਾਂ ਦੇ ਵਿੱਚ ਨਾਮ ਬਾਣੀ ਦਾ ਪ੍ਰਕਾਸ਼ ਕਰਨ, ਸੁਖ ਸ਼ਾਂਤੀ ਦਾ ਵਾਸ ਕਰਨ। ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।